मेरे दर्शकों, मैं तुहाडे सामने खालिद हुसैन रूबरू हाँ। मेरी इस कहानी का सिरनामा बाबा टिक्की। फरंगी महल्ले की निक्की मसीत लागे बोर्ड वाले चौंक कोल बाबे टिक्की की दुकान होंदी सी। दुकान चंगी वड्डी पर अंदर माल बहुत थोड़ा। बस बच्चों लिए टिक्कियाँ, अमली, इमली, पापड़, छोले, मूंगफली, दाल, सेवियाँ, बांटे, कुल्फियाँ या फिर किराने का निक्का मिक्का समान। गर्मियों के दिनों में बर्फ सोडे दीयां बोतलां, गोंद कतीरा, तुखम बलंगा दी शरबत ते बाबे टिक्की की पतली आवाज़, पीओ ते जियो। ये दुकान बाबे टिक्की के वड्डे भरा बाबे हाकम ने खोली सी। मोहकमदीन नाल मरूफ बाबा टिक्की उन्हां दिनां हाकमदीन नाल ही रहिंदा सी। हाकम होरी दुकान ते बहिंदे, सौदा बेचदे ते सौदा बेचण दे नाल नाल बहुत कुछ खरीद लैंदे। ते मोहकमदीन बेचारा अपने वड्डे भरा लई पांडियां दा कम्म करदा, दुकान लई सारा समान लिआंदा, ਉਹਨੂੰ ਦੁਕਾਨ ਵਿੱਚ ਚੱਜ ਨਾਲ ਸਜਾਉਂਦਾ, ਚੀਜ਼ਾਂ ਨੂੰ ਤੋਲ ਤੋਲ ਕੇ ਗਾਹਕਾਂ ਨੂੰ ਦਿੰਦਾ ਤੇ ਵੇਲੇ ਕਵੇਲੇ ਆਪਣੇ ਵੱਡੇ ਭਰਾ ਕੋਲੋਂ ਮੋਟੀਆਂ ਤੇ ਪਤਲੀਆਂ ਬਹੀਆਂ ਤੇ ਸਜਰੀਆਂ ਗਾਲਾਂ ਖਾਂਦਾ। ਗਾਲਾਂ ਦਾ ਨਿਸ਼ਾਸਤਾ ਖਾ ਖਾ ਕੇ ਮੁਹਕਮਦੀਨ ਦਾ ਜ਼ਮੀਰ ਰੱਜਣ ਲੱਗਾ। ਉਹਦੀਆਂ ਰਗਾਂ ਆਕੜ ਲੱਗੀਆਂ, ਉਹਨੂੰ ਬਦਹਜ਼ਮੀ ਹੋਣ ਲੱਗੀ। ਉਹਨੂੰ ਹਾਕਮਦੀਨ ਦਾ ਘਰ ਇੱਕ ਕਬਰ ਵਾਂਗਰ ਦਿਸਣ ਲੱਗਾ, ਜਿਸ ਵਿੱਚ ਉਸਦੀ ਹਯਾਤੀ ਦਫਨ ਹੁੰਦੀ ਜਾ ਰਹੀ ਸੀ। ਉਹ ਆਪਣੀ ਹਯਾਤੀ ਨੂੰ ਇੰਜ ਦਫਨ ਨਹੀਂ ਸੀ ਹੋਣ ਦੇਣਾ ਚਾਹੁੰਦਾ। ਉਹ ਤਾਂ ਸੂਰਜ ਦੀ ਰੋਸ਼ਨੀ ਵਾਂਗਰ ਆਜ਼ਾਦ ਰਹਿਣਾ ਚਾਹੁੰਦਾ ਸੀ। ਆਖਰ ਇੱਕ ਦਿਨ ਉਹ ਵੱਡੇ ਭਰਾ ਨੂੰ ਇਕੱਲਿਆਂ ਛੱਡ ਕੇ ਅੰਮ੍ਰਿਤਸਰ ਚਲਾ ਗਿਆ। ਉੱਥੇ ਜਾ ਕੇ ਉਹਨੇ ਆਪਣੇ ਪੁਰਖਾਂ ਦਾ ਪੇਸ਼ਾ ਅਖਤਿਆਰ ਕੀਤਾ ਤੇ ਪਾਂਡੀਆਂ ਦਾ ਕੰਮ ਕਰਨ ਲੱਗਾ। ਉਹਨੇ 3-4 ਸਾਲਾਂ ਵਿੱਚ 25-26 ਹਜ਼ਾਰ ਰੁਪਏ ਜਮ੍ਹਾਂ ਕਰ ਲਏ ਸਨ। ਉਹ ਖੁਸ਼ ਸੀ, ਪਰ ਕਦੇ ਕਦੇ ਉਹਨੂੰ ਇਸ ਖੁਸ਼ੀ ਵਿੱਚ ਕਿਸੇ ਚੀਜ਼ ਦੀ ਘਾਟ ਮਹਿਸੂਸ ਹੁੰਦੀ। ਜਵਾਨੀ ਦੀ ਖੁਮਾਰੀ ਉਹਨੂੰ ਖੱਟ ਮਿੱਠੇ ਸੁਪਨੇ ਦੱਸਦੀ। ਸੁਪਨੇ ਵੇਖ ਕੇ ਉਹਨੂੰ ਡਾਢੀ ਤ੍ਰੇਹ ਲੱਗਦੀ, ਪਰ ਉਹ ਜਾਂਦਾ ਵੀ ਕਿੱਥੇ। ਪਰ ਉਹ ਜਾਣਦਾ ਸੀ ਕਿ ਇੱਕ ਧਰਾਇਆ ਹੋਇਆ ਬੰਦਾ ਸੁਪਨਿਆਂ ਦੇ ਨਾੜੂਆਂ ਨਾਲ ਪਿਆਸ ਨਹੀਂ ਬੁਝਾ ਸਕਦਾ। ਤੇ ਫਿਰ ਇੱਕ ਦਿਨ ਉਹਨੂੰ ਬੈਠੇ ਬੈਠੇ ਖਿਆਲ ਆਇਆ ਕਿ ਉਹਨੇ ਵਿਆਹ ਕਰਾ ਲੈਣਾ ਚਾਹੀਦਾ ਹੈ, ਤਾਂ ਜੇ ਹਯਾਤੀ ਦੇ ਗੱਡੇ ਨੂੰ ਦੂਜਾ ਪਹੀਆ ਮਿਲ ਸਕੇ। ਅੰਮ੍ਰਿਤਸਰ ਵਿੱਚ ਉਹ ਕਸ਼ਮੀਰੀ ਮਹੱਲੇ ਲਾਗੇ ਜੁਲਾਹਿਆਂ ਦੀ ਬਸਤੀ ਵਿੱਚ ਰਹਿੰਦਾ ਸੀ। ਉਸ ਬਸਤੀ ਵਿੱਚ ਰਮਜ਼ਾਨ ਟਾਂਗੇ ਵਾਲੇ ਦੀ ਸੋਹਣੀ ਤੇ ਅਲੜ ਮੁਟਿਆਰ ਜਮੀਲਾ ਅਤੇ ਮੁਹਕਮਦੀਨ ਹੋਰਾਂ ਦਾ ਦਿਲ ਡੁੱਲ ਪਿਆ। ਇੱਕ ਦਿਨ ਉਹਨੇ ਆਪਣੀ ਮਕਾਨ ਮਾਲਕਨ ਮਾਈ ਬੇਗੋ ਨਾਲ ਜਮੀਲਾ ਦਾ ਜ਼ਿਕਰ ਕੀਤਾ ਤੇ ਉਹਨੂੰ ਰਮਜ਼ਾਨ ਟਾਂਗੇ ਵਾਲੇ ਦੇ ਘਰ ਰਿਸ਼ਤਾ ਮੰਗਣ ਭੇਜਿਆ। ਪਹਿਲਾਂ ਤਾਂ ਰਮਜ਼ਾਨ ਅਤੇ ਉਹਦੇ ਸਾਕ ਸੰਬੰਧੀ ਮੁਹਕਮਦੀਨ ਦੀ ਜ਼ਾਤ ਬਰਾਦਰੀ ਬਾਰੇ ਪੁੱਛਣ ਲੱਗੇ, ਮਾਪਿਆਂ ਦਾ ਥੋਹ ਟਿਕਾਣਾ ਢੂੰਡਣ ਲੱਗੇ। ਪਰ ਜਦ ਵਿਚੋਲਿਆਂ ਦੱਸਿਆ ਕਿ ਮੁਹਕਮਦੀਨ ਇਕੱਲੀ ਸ਼ਾਹ ਹੈ ਤਾਂ ਉਹ ਛੇਤੀ ਹੀ ਰਿਸ਼ਤੇ ਲਈ ਤਿਆਰ ਹੋ ਗਏ। ਮੁਹਕਮਦੀਨ ਨੇ ਬਟਨਾ ਮਲਿਆ, ਖਾਰੇ ਚੜ੍ਹਿਆ, ਮੋਤੀਏ ਦੇ ਫੁੱਲਾਂ ਦਾ ਸਿਹਰਾ ਬੰਨ੍ਹਿਆ, ਘੋੜੀ ਚੜ੍ਹਿਆ, ਬੈਂਡ ਬਾਜੇ ਵੱਜੇ, ਭੰਗੜੇ ਪਏ, ਦਿਲ ਦੀਆਂ ਰੀਝਾਂ ਪੂਰੀਆਂ ਕੀਤੀਆਂ। ਨਿਕਾਹ ਹੋਇਆ ਤੇ ਮੁਹਕਮਦੀਨ ਜਮੀਲਾ ਨੂੰ ਵਿਆਹ ਕੇ ਲੈ ਆਇਆ। ਜਮੀਲਾ ਸੱਚੀ ਮੁੱਚੀ ਬੜੀ ਸੋਹਣੀ ਸੀ। ਛਲ ਛਲ ਕਰਦਾ ਸ਼ਬਾਬ ਡੁੱਲ ਡੁੱਲ ਪੈ ਰਿਹਾ ਸੀ। ਜਮੀਲਾ ਨੂੰ ਵੇਖ ਕੇ ਮੁਹਕਮਦੀਨ ਗੁੜਕਣ ਲੱਗਾ। ਉਹਦੇ ਮਨ ਵਿੱਚ ਖੁਸ਼ੀਆਂ ਦੇ ਫੁਹਾਰੇ ਫੁੱਟ ਪਏ। ਉਹਦੀਆਂ ਸਦਰਾਂ ਪੂਰੀਆਂ ਹੋਈਆਂ ਸਨ। ਵਲੀਮੇ ਵਾਲੀ ਰਾਤ ਨੂੰ ਮੁਹਕਮਦੀਨ ਨੇ ਉਸ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ, ਆਉਣ ਵਾਲੀ ਜ਼ਿੰਦਗੀ ਬਾਰੇ, ਆਪਣੇ ਇੱਕ ਨਿੱਕੇ ਜਿਹੇ ਘਰ ਬਾਰੇ, ਹੋਣ ਵਾਲੇ ਬੱਚਿਆਂ ਬਾਰੇ। ਉਹ ਸਾਰੀ ਰਾਤ ਜਮੀਲਾ ਨੂੰ ਯਕੀਨ ਦਿਲਾਉਂਦਾ ਰਿਹਾ ਕਿ ਉਮਰ ਭਰ ਉਸ ਨੂੰ ਖੁਸ਼ ਰੱਖੇਗਾ। ਜਮੀਲਾ ਨੂੰ ਮੁਹਕਮਦੀਨ ਦੀਆਂ ਫਜ਼ੂਲ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਉਹਨੇ ਮੁਹਕਮਦੀਨ ਨੂੰ ਧੋਬੀ ਦਾ ਮਾਰ ਕੇ ਢਾਹ ਲਿਆ। ਪਰ ਕੁਝ ਪਲਾਂ ਵਿੱਚ ਹੀ ਮੁਹਕਮਦੀਨ ਦੇ ਲੰਗੋੜ ਦੀ ਹਕੀਕਤ ਜਾਣ ਗਈ ਤੇ ਪੇਚਤਾਬ ਖਾ ਕੇ ਸੌਂ ਗਈ। ਦੂਜੀ ਰਾਤੀ ਜਮੀਲਾ ਨੂੰ ਉਹਦਾ ਲੰਗੋਟ ਪਹਿਲੀ ਰਾਤ ਕੋਲੋਂ ਵੀ ਢਿੱਲਾ ਦਿਸਿਆ। ਉਹ ਆਪਣੇ ਅੱਬੇ ਰਮਜ਼ਾਨ ਦੇ ਘੋੜੇ ਦੀਆਂ ਕਈ ਬਿਮਾਰੀਆਂ ਦਾ ਇਲਾਜ ਆਪ ਕਰਦੀ ਸੀ। ਉਹਨੇ ਮੁਹਕਮਦੀਨ ਦਾ ਵੀ ਇੱਕ ਮਾਹਿਰ ਡਾਕਟਰ ਵਾਂਗਰ ਮੁਆਇਨਾ ਕੀਤਾ, ਪਰ ਉਹਦੀ ਸਮਝ ਵਿੱਚ ਕੁਝ ਨਹੀਂ ਆਇਆ। ਮੁਹਕਮਦੀਨ ਰੱਬ ਦੀ ਬਖਸ਼ੀ ਹੋਈ ਕੋਈ ਤੀਜੀ ਸ਼ੈ ਵੀ ਨਹੀਂ ਸੀ। ਫਿਰ ਉਹ ਹੈਰਾਨ ਸੀ ਵੀ ਘੋੜਾ ਆਪਣੇ ਪੈਰਾਂ 'ਤੇ ਕਿਉਂ ਨਹੀਂ ਖਲੋਂਦਾ। ਜਮੀਲਾ ਨੇ ਮੁਹਕਮਦੀਨ ਨੂੰ ਛੋਲਿਆਂ ਦੀ ਕੱਚੀ ਦਾਲ ਦੁੱਧ ਵਿੱਚ ਘੋਲ ਕੇ ਪਿਲਾਈ, ਦੁੱਧ ਵਿੱਚ ਹੀ ਗਰੀ ਛੁਹਾਰੇ ਤੇ ਬਦਾਮ ਗੜਕਾ ਕੇ ਪਿਲਾਏ, ਸਲਾਜੀਤ ਖਵਾਈ, ਚਿੜੀਆਂ ਤੇ ਕਬੂਤਰਾਂ ਦਾ ਗੋਸ਼ਤ ਦੇਸੀ ਘਿਓ 'ਚ ਭੁੰਨ ਕੇ ਖਵਾਇਆ, ਚੂਚਿਆਂ ਦਾ ਸ਼ੋਰਬਾ ਪਿਲਾਇਆ, ਕਪੂਰੇ ਤਲ ਕੇ ਦਿੱਤੇ, ਮਾਲਿਸ਼ ਕੀਤੀ, ਕੁਸ਼ਤੇ ਖਵਾਏ, ਇੰਜੈਕਸ਼ਨ ਕਰਾਏ, ਗਰਦ ਵੈਦ ਹਕੀਮਾਂ ਤੇ ਡਾਕਟਰਾਂ ਦੇ ਸਾਰੇ ਨੁਸਖੇ ਅਜ਼ਮਾਏ, ਪਰ ਮੁਹਕਮਦੀਨ ਦੀ ਸਿਹਤ ਵਿੱਚ ਕੋਈ ਫਰਕ ਨਹੀਂ ਪਿਆ।
ਪੈਂਦਾ ਵੀ ਕਿਵੇਂ, ਉਹਨੂੰ ਤਾਂ ਆਬੇ ਨਜ਼ੂਲ ਅਤੇ ਸਤਮਨ ਦੀ ਬਿਮਾਰੀ ਸੀ। ਉਹ ਦਵਾ ਦਾਰੂ ਦੀ ਵਿਸਾਖੀਆਂ ਨਾਲ ਕੁਝ ਪਲ ਤਾਂ ਆਪਣੇ ਪੈਰਾਂ 'ਤੇ ਖੜੋ ਜਾਂਦਾ, ਪਰ 2 ਕਦਮ ਚੱਲਦਿਆਂ ਹੀ ਡਿੱਗ ਪੈਂਦਾ। ਜਮੀਲਾ ਨੇ ਮੁਕਮਦੀਨ ਨਾਲ ਜਿੰਨੇ ਵੀ ਦਿਨ ਕੱਟੇ, ਉਹ ਵਿਚਾਰੀ ਅੱਡੀਆਂ ਹੀ ਖੁਰਚਦੀ ਰਹਿ ਗਈ, ਪਰ ਉਹਨੂੰ ਪੰਜੇਬਾਂ ਨਹੀਂ ਮਿਲੀਆਂ। ਉਹਨੂੰ ਯਕੀਨ ਹੋ ਗਿਆ ਕਿ ਮੁਕਮਦੀਨ ਨਾਲ ਚੱਲ ਕੇ ਉਹ ਕਦੇ ਵੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੀ। ਅਖੀਰ ਉਹ ਮੁਕਮਦੀਨ ਨੂੰ ਰਸਤੇ ਵਿੱਚ ਹੀ ਛੱਡ ਗਈ। ਉਹ ਸਾਗਰ ਦੀਆਂ ਜੋਸ਼ੀਲੀ ਲਹਿਰਾਂ ਨੂੰ ਸ਼ਾਂਤ ਕਰਨ ਲਈ ਉਬਲਦਿਆਂ ਪਾਣੀਆਂ 'ਤੇ ਦੌੜਨ ਲੱਗੀ, ਹਵਾਵਾਂ ਵਿੱਚ ਉੱਡਣ ਲੱਗੀ ਅਤੇ ਅਖੀਰ ਕੋਤਵਾਲੀ ਦੇ ਸਿਪਾਹੀ ਗੁਲਜ਼ਮਾਨ ਦੇ ਘਰ ਠੰਡੀ ਹੋ ਕੇ ਬਹਿ ਗਈ। ਮੁਕਮਦੀਨ ਫਿਰ ਇਕੱਲਾ ਰਹਿ ਗਿਆ, ਉਦਾਸ ਨਿੰਮੋ ਚਾਨ। ਉਹਦਾ ਜੀਅ ਕਰਦਾ ਕਿ ਉਹ ਰੱਜ ਕੇ ਰੋਏ, ਪਰ ਉਹ ਜਾਂਦਾ ਵੀ ਕਿੱਥੇ। ਪਰ ਉਹ ਜਾਣਦਾ ਸੀ ਪਈ ਟੁੱਟੇ ਦਿਲ ਅਥਰੂਆਂ ਦੀ ਗੋਂਦ ਨਾਲ ਨਹੀਂ ਜੁੜਦੇ। ਅਜਿਹੀ ਹਾਲਤ ਵਿੱਚ ਉਹਨੂੰ ਆਪਣਾ ਭਰਾ ਯਾਦ ਚੇਤੇ ਆ ਗਿਆ ਅਤੇ ਉਹ ਮੁੜ ਹਾਕਮਦੀਨ ਕੋਲ ਆ ਗਿਆ, ਗਾਲਾਂ ਦਾ ਨਿਸ਼ਾਸਤਾ ਖਾਨ। ਪਰ ਗਾਲਾਂ ਹੁਣ ਮੁਕਮਦੀਨ ਦੇ ਅੰਦਰ ਹੀ ਜਜ਼ਬ ਹੁੰਦੀਆਂ ਜਾ ਰਹੀਆਂ ਸਨ। ਉਹਦਾ ਸਾਰਾ ਵਜੂਦ ਖਿਲ ਰਿਹਾ ਸੀ ਅਤੇ ਅਖੀਰ ਉਹਨੂੰ ਗਲੇ ਦਾ ਕੈਂਸਰ ਖਾ ਗਿਆ। ਹਾਕਮਦੀਨ ਦੇ ਮਰਨ ਮਗਰੋਂ ਮੁਕਮਦੀਨ ਉਹਦੀ ਸਾਰੀ ਮਨਕੂਲਾ ਅਤੇ ਗੈਰ ਮਨਕੂਲਾ ਜਾਇਦਾਦ ਦਾ ਮਾਲਕ ਬਣ ਗਿਆ, ਕਿਉਂ ਜੇ ਹਾਕਮਦੀਨ ਦੀ ਖੇੜੀ ਜ਼ਮੀਨ 'ਚੋਂ ਕੋਈ ਸਿੱਟਾ ਨਹੀਂ ਸੀ ਉੱਗਿਆ। ਹਾਕਮ ਨੇ ਜ਼ਮੀਨ ਨੂੰ ਪੈਦਾਵਾਰ ਦੇ ਕਾਬਲ ਬਣਾਉਣ ਲਈ ਵਧੇਰੇ ਯਤਨ ਕੀਤੇ ਸਨ, ਪਰ ਕੁਦਰਤ ਦੇ ਕੰਮਾਂ ਵਿੱਚ ਕਿਸੇ ਦਾ ਦਖਲ ਨਹੀਂ। ਹਾਕਮਦੀਨ ਦੀ ਮਨਕੂਲਾ ਜਾਇਦਾਦ 'ਚੋਂ ਮੁਕਮਦੀਨ ਨੂੰ ਇੱਕ ਅਦਦ ਭਰਜਾਈ ਵੀ ਮਿਲੀ ਸੀ, ਜਿਹਦਾ ਹੁਣ ਮੁਕਮਦੀਨ ਦੇ ਬਗੈਰ ਇਸ ਦੁਨੀਆ 'ਚ ਹੋਰ ਕੋਈ ਨਹੀਂ ਸੀ। ਉਂਝ ਤਾਂ ਮੁਕਮਦੀਨ ਦੀ ਭਰਜਾਈ ਜਵਾਨੀ ਵਿੱਚ ਬੜੀ ਰਾਂਗਲੀ ਤਬੀਅਤ ਦੀ ਮਾਲਕ ਸੀ, ਪਰ ਚੌਧਰੀ ਹਾਕਮਦੀਨ ਦੀ ਜ਼ਿੰਦਗੀ ਵਿੱਚ ਉਹ ਕਦੇ ਲਕਸ਼ਮਣ ਰੇਖਾ ਪਾਰ ਨਹੀਂ ਕਰ ਸਕੀ। ਹਾਕਮਦੀਨ ਦੇ ਮਰਨ ਮਗਰੋਂ ਉਹ ਛੇਤੀ ਹੀ ਮੁਕਮਦੀਨ ਦੀ ਬੁੱਕਲ ਦਾ ਚੋਰ ਬਣ ਗਈ। ਮੁਕਮਦੀਨ ਆਪਣੇ ਵੱਡੇ ਭਰਾ ਦਾ ਜੂਠਾ ਭਾਂਡਾ ਚੱਟਣ ਲੱਗਾ। ਉਹਦੀ ਭਰਜਾਈ ਨੂੰ ਵੀ ਬੁੱਕਲ ਵਿੱਚ ਵੜਦਿਆਂ ਹੀ ਜਮੀਲਾ ਵਾਂਗਰ ਅਹਿਸਾਸ ਹੋ ਗਿਆ ਸੀ ਕਿ ਇਸ ਹੱਲ ਦੇ ਜੰਦਰ ਢਿੱਲੇ ਨੇ। ਭਾਂਡੇ ਨੂੰ ਚੱਟਣ ਵਾਲੀ ਉਂਗਲ ਬੜੀ ਕਮਜ਼ੋਰ ਹੈ, ਪਰ ਉਹ ਰੱਜੀ ਪੁੱਜੀ ਸਵਾਨੀ ਮੁਕਮਦੀਨ ਦੀ ਢਿੱਲੀ ਚੱਦਰ ਹੇਠ ਆਪਣੇ ਨੰਗੇਜ ਨੂੰ ਕੱਜਿਆ ਹੋਇਆ ਸਮਝਦੀ ਸੀ, ਇਸ ਕਰਕੇ ਚੁੱਪ ਸੀ। ਫਿਰ ਇੱਕ ਦਿਨ ਜੂਠਾ ਭਾਂਡਾ ਵੀ ਭੱਜ ਗਿਆ। ਖੇੜੀ ਜ਼ਮੀਨ ਪਤਾਲ ਅੰਦਰ ਧੱਸ ਗਈ। ਮੁਕਮਦੀਨ ਖੁੱਲ੍ਹ ਕੇ ਰੋਇਆ। ਉਹਨੂੰ ਬੜਾ ਸਦਮਾ ਹੋਇਆ ਸੀ, ਪਰ ਭਰਜਾਈ ਦਾ ਚਾਲੀਆ ਕਰਦਿਆਂ ਉਹਦੀ ਉਦਾਸੀ ਨੂੰ ਸ਼ੋਖੀ ਦੇ ਖੰਭ ਮੁੜ ਲੱਗ ਚੁੱਕੇ ਸਨ। ਉਹ ਇਹ ਜਾਣਦਿਆਂ ਹੋਇਆਂ ਵੀ ਕਿ ਹਨੇਰੇ ਵਿੱਚ ਸਾਰੀਆਂ ਬਿੱਲੀਆਂ ਇੱਕੋ ਰੰਗ ਦੀਆਂ ਹੁੰਦੀਆਂ ਨੇ ਅਤੇ ਸਿਰਫ ਚੂਹੇ ਖਾਨ ਵਿੱਚ ਹੀ ਦਿਲਚਸਪੀ ਰੱਖਦੀਆਂ ਨੇ, ਉਹ ਮੁੜ ਨਵੇਂ ਵਿਆਹ ਦੇ ਚੱਕਰਾਂ ਵਿੱਚ ਪੈਣ ਲੱਗਾ। ਉੱਪਰੋਂ ਉਹ ਹੁਣ ਉਮਰ ਦੇ ਉਸ ਹਿੱਸੇ ਵਿੱਚ ਦਾਖਲ ਹੋ ਚੁੱਕਿਆ ਸੀ ਜਦ ਵਿਆਹ ਦਾ ਨਾਂ ਲੈਂਦੇ ਹੀ ਮਾਹੌਲ ਉਡਾਇਆ ਜਾਂਦਾ ਹੈ, ਪਰ ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਉਹ ਤਾਂ ਆਪਣੇ ਮਨ ਦੀ ਤਿਰੇ ਬੁਝਾਉਣਾ ਚਾਹੁੰਦਾ ਸੀ, ਜਿਹੜੀ ਉਹਦੀ ਜਾਚੇ ਕਦੇ ਵੀ ਨਹੀਂ ਸੀ ਬੁੱਝੀ। ਔਰਤ ਵੱਲੋਂ ਇੱਕ ਥੁੜ ਦਾ ਅਹਿਸਾਸ ਉਸ ਅੰਦਰ ਹਮੇਸ਼ਾ ਜ਼ਿੰਦਾ ਰਿਹਾ ਸੀ। ਸਵਾਨੀ ਦੇ ਮਿਲਾਪ ਨਾਲ ਜਿਹੜਾ ਸਵਾਦ ਮਿਲਦਾ ਹੈ, ਕਾਲਜੇ ਵਿੱਚ ਜਿਹੜੀ ਠੰਡ ਪੈਂਦੀ ਹੈ, ਉਹ ਠੰਡ ਪੈਂਦੀ ਉਹਨੇ ਕਦੇ ਮਹਿਸੂਸ ਨਹੀਂ ਸੀ ਕੀਤੀ। ਇਹੋ ਕਾਰਨ ਸੀ ਕਿ ਕਿਸੇ ਵੀ ਤੀਵੀਂ ਨੂੰ ਵੇਖ ਕੇ ਉਹਦੀਆਂ ਅੱਖਾਂ ਵਿੱਚ ਉਸ ਨੂੰ ਹਾਸਲ ਕਰਨ ਦੀ ਤਾਂਘ ਜਾਗ ਪੈਂਦੀ। ਉਹਦੇ ਮਨ ਦਾ ਮੋਰ ਕਿਸੇ ਵੀ ਸੋਹਣੀ ਮੋਰਨੀ ਨੂੰ ਵੇਖ ਕੇ ਪਹਿਲਾਂ ਪਾਉਣ ਲੱਗਦਾ। ਪਹਿਲਾਂ ਪਾਉਂਦੇ ਮੋਰ ਦੀ ਨਜ਼ਰ ਜਦ ਆਪਣੇ ਪੈਰਾਂ ਵੱਲ ਜਾਂਦੀ ਹੈ ਤਾਂ ਉਹ ਸ਼ਰਮਿੰਦਗੀ ਨਾਲ ਪਹਿਲ ਪਾਉਣੀ ਬੰਦ ਕਰ ਦਿੰਦਾ ਹੈ, ਪਰ ਮੁਕਮਦੀਨ ਦੇ ਮਨ ਦਾ ਮੋਰ ਆਪਣੇ ਪੈਰਾਂ ਵੱਲ ਵੇਖ ਕੇ ਵੀ ਸ਼ਰਮਿੰਦਾ ਨਹੀਂ ਸੀ ਹੁੰਦਾ। ਉਹ ਤਾਂ ਆਪਣੇ ਪੈਰਾਂ ਨੂੰ ਸੋਹਣਾ ਅਤੇ ਮਜ਼ਬੂਤ ਸਮਝਦਾ ਸੀ। ਉਹਨੂੰ ਜਮੀਲਾ ਅਤੇ ਭਰਜਾਈ ਦੇ ਦਿਨ ਰਾਤ ਦੇ ਤਾਨੇ ਭੁੱਲ ਗਏ ਸਨ। ਉਹਨੂੰ ਆਪਣੀ ਬਿਮਾਰੀ ਦਾ ਕੋਈ ਧਿਆਨ ਨਹੀਂ ਸੀ, ਜਿਹੜੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਜਿਉਂ-ਜਿਉਂ ਮੁਕਮਦੀਨ ਦੀ ਉਮਰ ਦੇ ਆਲਣੇ ਵਿੱਚ ਵੇਲਾ ਇੱਕ ਤੀਲਾ ਵਧਾਉਂਦਾ ਜਾਂਦਾ, ਉਹਦੇ ਮਨ ਦੀ ਬੇਕਰਾਰੀ ਵੀ ਵੱਧਦੀ ਜਾਂਦੀ। ਰੁੱਖ ਭਾਵੇਂ ਕਿੰਨਾ ਹੀ ਬੁੱਢਾ ਹੋ ਜਾਵੇ, ਹਯਾਤੀ ਦੀਆਂ ਕਈਆਂ ਬਹਾਰਾਂ ਕਿਉਂ ਨਾ ਵੇਖ ਲਵੇ, ਫਿਰ ਵੀ ਨਵੀਂ ਬਹਾਰ ਵੇਖਣ ਦੀ ਆਸ ਨਹੀਂ ਛੱਡਦਾ। ਪਰ ਜਿਹਨੇ ਆਪਣੀ ਮਰਜ਼ੀ ਨਾਲ ਬਹਾਰ ਨੂੰ ਕਦੇ ਵੀ ਹੰਢਾਏ ਨਹੀਂ ਹੋਏ, ਉਹਦੀ ਆਸ ਦੀ ਸ਼ਿੱਦਤ ਦਾ ਅੰਦਾਜ਼ਾ ਤੁਸੀਂ ਆਪ ਕਰ ਸਕਦੇ ਹੋ। ਮੁਕਮਦੀਨ ਦੀਆਂ ਜਵਾਨ ਸਦਰਾਂ ਉਹਦੇ ਚਿਹਰੇ 'ਤੇ ਝੁਰੀਆਂ ਲਾਈਆਂ ਸਨ। ਉਹਦੇ ਸਿਰ ਵਿੱਚ ਚਾਂਦੀ ਲਿਸ਼ਕਣ ਲੱਗੀ ਸੀ, ਪਰ ਤਾਂ ਵੀ ਉਹ ਵਿਆਹ ਕਰਾਉਣ ਲਈ ਤਿਆਰ ਰਹਿੰਦਾ। ਹੌਲੀ ਹੌਲੀ ਫਰੰਗੀ ਮਹੱਲੇ ਦੇ ਗਾਮਿਆਂ ਮਾਜਿਆਂ ਨੂੰ ਮੁਕਮਦੀਨ ਦੀਆਂ ਸਾਰੀਆਂ ਸਿਫਤਾਂ ਦਾ ਪਤਾ ਚੱਲ ਗਿਆ। ਉਹ ਉਹਨੂੰ ਛੇੜਨ ਲੱਗੇ, ਉਸ ਨਾਲ ਟਿਚਕਰੀਆਂ ਕਰਨ ਲੱਗੇ, ਉਹਦੇ ਨਾਂ ਕਨਾਂ ਪਾਉਣ ਲੱਗੇ। ਪਰ ਪਾਪੜ, ਇਮਲੀ ਅਤੇ ਰੰਗ ਬਰੰਗੀ ਟਿੱਕੀਆਂ ਵੇਚਣ ਵਿੱਚ ਵਜੋਂ ਉਹਦਾ ਨਾਮ ਬਾਬਾ ਟਿੱਕੀ ਮਸ਼ਹੂਰ ਹੋ ਗਿਆ। ਸ਼ੁਰੂ ਵਿੱਚ ਮੁਕਮਦੀਨ ਆਪਣਾ ਨਵਾਂ ਨਾਂ ਸੁਣਦਿਆਂ ਹੀ ਅੱਗ ਫੂਕਣ ਲੱਗਦਾ,
ਬਾਬਾ ਟਿੱਕੀ ਕਹਿਣ ਵਾਲੇ ਦੇ ਮਗਰ ਲੱਗਦਾ, ਗਾਲਾਂ ਕੱਢਦਾ, ਪੱਥਰ ਮਾਰਦਾ। ਪਰ ਹੌਲੀ ਹੌਲੀ ਉਹ ਇਸ ਨਵੇਂ ਨਾਂ ਦਾ ਆਦੀ ਹੋ ਗਿਆ। ਉਹਨੂੰ ਫਿਰ ਇਸ ਨਾਂ ਵਿੱਚ ਆਪਣਾਪਨ ਲੱਭਣ ਲੱਗਾ। ਜਦ ਕੋਈ ਨਿੱਕਾ ਬੱਚਾ ਪੰਜੀ ਦਸੀ ਖਰਚਣ ਲਈ ਮੁਕਮਦੀਨ ਦੀ ਦੁਕਾਨ 'ਤੇ ਆਉਂਦਾ ਅਤੇ ਉਹਨੂੰ ਆਪਣੀ ਤੋਤਲੀ ਜ਼ਬਾਨ 'ਚ ਬਾਬਾ ਤਿੱਤੀ ਬੁਲਾਉਂਦਾ ਤਾਂ ਉਹਨੂੰ ਬੜਾ ਚੰਗਾ ਲੱਗਦਾ। ਉਸ ਅੰਦਰ ਪਿਆਰ ਜਾਗ ਪੈਂਦਾ। ਉਹ ਉਸ ਬੱਚੇ ਨੂੰ ਘੁੱਟ ਕੇ ਗਲੇ ਲਾ ਲੈਂਦਾ, ਉਹਨੂੰ ਪਿਆਰ ਕਰਦਾ ਅਤੇ ਫਿਰ ਦੂਰ ਤੱਕ ਉਹਨੂੰ ਜਾਂਦੇ ਵੇਖਦਾ ਰਹਿੰਦਾ। ਮਗਰੋਂ ਠੰਡਾ ਸਾਹ ਭਰ ਕੇ ਚੋਖੇ ਚਿਰ ਤੱਕ ਸੋਚਾਂ ਦੇ ਖੂਹ ਵਿੱਚ ਡੁੱਬਿਆ ਰਹਿੰਦਾ। ਖੂਹ ਵਿੱਚੋਂ ਬਾਹਰ ਨਿਕਲਦਿਆਂ ਹੀ ਉਹ ਤੂਫਾਨੀ ਲਹਿਰਾਂ ਵਿੱਚ ਗੋਤੇ ਖਾਣ ਲੱਗਦਾ ਅਤੇ ਜ਼ੋਰ ਜ਼ੋਰ ਨਾਲ ਬੋਲਣ ਲੱਗਦਾ, ਮੇਰਾ ਵਿਆਹ ਕਰਾਓ, ਮੈਂ ਵਿਆਹ ਕਰਾਂਗਾ, ਮੇਰਾ ਵਿਆਹ ਕਰਾਓ। ਉਮਰ ਦੀ ਪੰਡ ਭਾਰੀ ਹੋਣ ਦੇ ਬਾਵਜੂਦ ਵੀ ਉਹਦੇ ਸ਼ੌਕ ਵਿੱਚ ਕੋਈ ਫਰਕ ਨਹੀਂ ਸੀ ਪਿਆ। ਲੁੰਡ ਲਫੰਗ ਉਸ ਨਾਲ ਯਾਰੀ ਲਾਉਂਦੇ ਰਹਿੰਦੇ, ਉਹਨੂੰ ਸਬਜ਼ ਬਾਗ ਦਿਖਾਉਂਦੇ ਅਤੇ ਉਹਦਾ ਮਾਲ ਹਜ਼ਮ ਕਰਕੇ ਉਹਦਾ ਮਾਹੌਲ ਉਡਾਉਂਦੇ ਰਹਿੰਦੇ। ਬਾਬਾ ਟਿੱਕੀ ਲੋਕਾਂ ਲਈ ਤਾਂ ਹੱਸਣ ਖੇਡਣ ਦਾ ਖਿਡੌਣਾ ਬਣ ਗਿਆ ਸੀ, ਪਰ ਹਾਸੇ ਗੜਾਕੇ ਉਹਦੇ ਦਿਲ ਵਿੱਚ ਤੀਰ ਬਣ ਕੇ ਚੁਭਦੇ। ਲੋਕਾਂ ਦਾ ਵਤੀਰਾ ਵੇਖ ਕੇ ਉਹਦੇ ਦਿਲ ਦਾ ਖਿਡੌਣਾ ਚੂਰ ਚੂਰ ਹੋ ਜਾਂਦਾ। ਉਹਦਾ ਮੁਹਾਂਦਰਾ ਦਰਦ ਦੀ ਤਸਵੀਰ ਬਣ ਜਾਂਦਾ। ਉਹ ਸੜਦਾ ਕੁੜਦਾ ਰਹਿੰਦਾ ਪਰ ਕਿਸੇ ਨੂੰ ਕੁਝ ਨਹੀਂ ਕਹਿੰਦਾ। ਇੱਕ ਦਿਨ ਬਾਬਾ ਟਿੱਕੀ ਦੁਕਾਨ ਵਿੱਚ ਸੌਦਾ ਵੇਚਦੇ ਵੇਚਦੇ ਬੇਹੋਸ਼ ਹੋ ਗਿਆ। ਲੋਕੀ ਦੌੜੇ, ਉਹਨੂੰ ਪਾਣੀ ਪਿਲਾਇਆ, ਉਹਦੇ ਸਿਰ ਅਤੇ ਪੈਰਾਂ ਦੀ ਮਾਲਿਸ਼ ਕੀਤੀ। ਜਦ ਉਹ ਮਾੜਾ ਜਿਹਾ ਹੋਸ਼ ਵਿੱਚ ਆਇਆ ਤਾਂ ਦਰਦ ਨਾਲ ਕੁਰਲਾਉਣ ਲੱਗਾ। ਛੇਤੀ ਹੀ ਉਹਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਚੰਗੀ ਤਰ੍ਹਾਂ ਮੁਆਇਨਾ ਕਰਨ ਮਗਰੋਂ ਇਹ ਦੱਸ ਪਾਈ ਕਿ ਉਹਨੂੰ ਕਪੂਰਿਆਂ ਦਾ ਕੈਂਸਰ ਹੈ। ਡਾਕਟਰੀ ਰਿਪੋਰਟ ਮੁਤਾਬਕ ਕੈਂਸਰ ਦਾ ਇਹ ਮਰਜ਼ ਉਹਨੂੰ ਬਹੁਤ ਪੁਰਾਣਾ ਸੀ। 16-17 ਸਾਲਾਂ ਦੀ ਉਮਰ ਤੋਂ ਹੀ ਇਸ ਰੋਗ ਦੇ ਅਸਾਰ ਉਸ ਅੰਦਰ ਸ਼ੁਰੂ ਹੋ ਚੁੱਕੇ ਸਨ। ਪਰ ਉਹ ਹੈਰਾਨ ਸਨ ਕਿ ਮੁਕਮਦੀਨ ਇੰਨੀ ਦੇਰ ਕਿੰਝ ਜ਼ਿੰਦਾ ਰਿਹਾ। ਉਹਨਾਂ ਬਾਬੇ ਟਿੱਕੀ ਦੇ ਅੰਡਕੋਸ਼ ਦਾ ਆਪਰੇਸ਼ਨ ਕੀਤਾ, ਗੰਦ ਬਲਾ ਬਾਹਰ ਕੱਢਿਆ, ਸੋਧੀ ਜ਼ਰਾ ਘੱਟ ਹੋਈ, ਦਰਦ ਵਿੱਚ ਮਾੜਾ ਜਿਹਾ ਫਰਕ ਪਿਆ ਅਤੇ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੀ ਬੁੜਬੁੜਾਉਣ ਲੱਗਾ। ਉਹ ਵੇਖੋ, ਇੱਕ ਪਰੀ ਸੋਹਣੇ ਕੱਪੜੇ ਪਾ ਕੇ ਅਤੇ ਗਹਿਣਿਆਂ ਨਾਲ ਸੱਜ ਧੱਜ ਕੇ ਦੂਰ ਅਸਮਾਨ ਤੋਂ ਮੈਨੂੰ ਬੁਲਾ ਰਹੀ ਹੈ। ਉਹਦੇ ਨਾਲ ਬੱਚੇ ਵੀ ਨੇ, ਗੋਲ ਮਟੋਲ, ਗੋਰੇ ਲੋ, ਪਿਆਰੇ ਪਿਆਰੇ ਬੱਚੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ ਗੁੱਡੀਆਂ ਪਟੋਲੇ ਖੇਡਣ ਲਈ ਬੁਲਾ ਰਹੇ ਨੇ। ਉਹ ਵੇਖੋ, ਇੱਕ ਬਹੁਤ ਉੱਚੀ ਲੰਮੀ ਪੌੜੀ ਹਵਾ ਵਿੱਚ ਖੜੀ ਹੈ। ਮੈਨੂੰ ਪੌੜੀ 'ਤੇ ਚੜ੍ਹਨ ਦਿਓ, ਮੈਨੂੰ ਜਾਣ ਦਿਓ, ਮੈਨੂੰ ਨਾ ਰੋਕੋ। ਅਤੇ ਬਾਬਾ ਟਿੱਕੀ ਤਰਬਕ ਕੇ ਉੱਠ ਬੈਠਾ ਅਤੇ ਜ਼ੋਰ ਜ਼ੋਰ ਨਾਲ ਚੀਕਾਂ ਮਾਰਨ ਲੱਗਾ, ਕੁਲਾਰਨ ਲੱਗਾ, ਮੇਰਾ ਵਿਆਹ ਕਰਾਓ, ਮੇਰੀ ਬੀਵੀ ਲਿਆਓ, ਮੈਨੂੰ ਮੇਰੇ ਬੱਚਿਆਂ ਨਾਲ ਕੋਲ ਲੈ ਚਲੋ, ਮੈਨੂੰ ਮੇਰੇ ਘਰ ਲੈ ਜਾਓ। ਕੁਝ ਪਲਾਂ ਮਗਰੋਂ ਉਹਦੀ ਆਵਾਜ਼ ਮੱਧਮ ਹੋ ਗਈ। ਸ਼ਾਇਦ ਉਹ ਹਵਾ ਵਿੱਚ ਟੰਗੀ ਹੋਈ ਅਸਮਾਨ ਨੂੰ ਜਾਂਦੀ ਪੌੜੀ ਚੜ੍ਹ ਗਿਆ ਸੀ।